ਆ ਜਿਹੜੇ ਹੀਰੋ अक्षय कुमार हो गया, सनी देओल हो गया, गुरू रंधावा हो गया, रौला पाउंदे आ ना पंजाब दा शूटिंगां ना करन दिओ आपदियां खेतां च लिया के, किते इह ना होवे भी फोटोआं खिचाउण दे मारे फेर कह देण सनी देओल पंजाब दा पुੱਤ है। कोई पंजाब पंजूब दा पुੱਤ नहीं हैगा। उत्थे बंबे वाले ने उन्हां दे खून चेंज हो गए बाई, ਉਹ बस कल्ले नौ दे ही ने ਉਹ। पर जे आर पार दी लड़ाई ते आ गए ना, फिर किते ना सोचो भी 84 वाला काम होगा, मिलिटरी लियाओगे उरे ते सानू दबा के लंघ जाओगे। ना जी ना, इत्थे कल्ले कल्ले जे हथियार नहीं तां डांग तां कल्ले कल्ले कोल पई है। ना सनी देओल दा जद हिट हो गया सी, जद मोदी हिट भी नहीं सी, ਉਹ ਤਾਂ ਕਹਿ ਹੀ ਸਕਦਾ ਸੀ ਉਹਨੂੰ ਵੀ ਯਾਰ ਮੈਂ ਪੰਜਾਬ ਤੋਂ ਆਇਆ, ਮੈਂ ਪੰਜਾਬ ਦੇ ਲੋਕਾਂ ਨੂੰ ਜਾਣਦਾ, ਉੱਥੇ ਖੇਤੀ ਤੋਂ ਬਿਨਾਂ ਹੋਰ ਕੋਈ ਕੰਮ ਹੈ ਨਹੀਂ। ਇੱਕ ਵਾਰੀ ਵੀ ਪਿਓ ਦੇ ਪੁੱਤ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਹਾਂ ਦਾ ਨਾਰਾ। ਇਹ ਦਿੱਲੀ ਜਾਣ ਦਾ ਤਾਂ ਫਾਇਦਾ ਜਦੋਂ 10 ਲੱਖ ਬੰਦਾ ਇਕੱਠਾ ਹੋਵੇ, ਉੱਥੇ ਫਿਰ ਦਿੱਲੀ ਜਾਣ ਦੀ ਵੀ ਲੋੜ ਨਹੀਂ। ਜਦੋਂ ਉੱਥੇ ਸ਼ੰਭੂ ਬੈਰੀਅਰ ਤੇ 10 ਲੱਖ ਬੰਦਾ ਇਕੱਠਾ ਹੋ ਗਿਆ, ਉਵੇਂ ਹੀ ਹੱਥ ਜੋੜ ਜਾਣਗੇ ਜਿਹੜੇ ਮੋਦੀ ਜੀ ਕਹਿਣਗੇ ਨਾ ਮਿੱਤਰੋ ਮਿੱਤਰੋ। ਜੇ ਲੋੜ ਪੈਗੀ ਤਾਂ ਜਾਨ ਦੇ ਦੇਂਗੇ, ਜਾਨ ਵਾਰ ਦਾਂਗੇ। ਕਿਉਂ ਬਈ ਅਸੀਂ ਕਿਉਂ ਦਵਾਂਗੇ ਜਾਨਾਂ? ਸਾਡੀਆਂ ਜਾਨਾਂ ਸਾਲੀਆਂ ਐਡੀਆਂ ਫਰੀ ਨੇ ਬਈ ਅਸੀਂ ਜਾਨਾਂ ਦਵਾਂਗੇ? ਅਸੀਂ ਜਾਨਾਂ ਦਵਾਂਗੇ ਨਹੀਂ। ਜੇ ਲੋੜ ਪੈਗੀ ਤੇ ਸਮਝ ਲਓ, ਜੇ ਲੋੜ ਪੈਗੀ ਜਦੋਂ ਗੱਲ ਜਾਨ ਦੀ ਆ ਗਈ, ਇਤਿਹਾਸ ਯਾਦ ਰੱਖਦਾ ਯਾਰ ਯੋਧਿਆਂ ਨੂੰ। ਹਾਂ ਦਾ ਨਾਰਾ ਮਾਰਨ ਵਾਲੇ ਬੰਦੇ ਨੂੰ ਇਤਿਹਾਸ ਯਾਦ ਰੱਖਦਾ। ਹਲੇ ਅਸੀਂ ਬੇਨਤੀਆਂ ਕਰਦੇ ਹਾਂ ਵੀ ਸਾਡੀ ਗੱਲ ਮੰਨ ਲਓ ਜੀ, ਸਾਡੀ ਗੱਲ ਮੰਨ ਲਓ। ਪਰ ਜੇ ਕਿਤੇ ਲੜਾਈ ਸ਼ੁਰੂ ਹੋ ਗਈ, ਘਰੇ ਬੈਠੇ ਨਹੀਂ ਮਰਦੇ, ਆਰ ਪਾਰ ਦੀ ਲੜਾਈ ਲੜ ਕੇ ਮਰਾਂਗੇ। ਟਰੂਡੋ ਹੈ ਉਹ ਸਾਡੀ ਮਾਸੀ ਦਾ ਮੁੰਡਾ ਲੱਗਦਾ, ਉਹਨੇ ਵੀ ਇਹ ਸਟੇਟਮੈਂਟ ਦਿੱਤੀ ਆ ਕਿ ਪੰਜਾਬ 'ਚ ਹਿੰਦੁਸਤਾਨ 'ਚ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ट्रंप है, बहुत गल्लां ते साडी उहदे नाल सहमति नहीं हो सकती। साडे लई ओह आपां मंनदे आ कि बड़े ओह सियासी मुद्दे ने, वड्डे ने, असीं कोई लीडर थोड़ी है। बल्कि जिहड़ी चीज़ गलत है, अमेरिका दे प्रेजिडेंट ने भी ये गल कहती कि मोदी सरकार है किसानां नाल धक्का कर रही है। पर धरने तो अगलियां ने तां काम करता ना अपना, अगलियां ने तां कानून बनाता, राष्ट्रपति तो लागू भी कराता, हुण तां बन गया। ਹੁਣ ਆਪਣੇ ਹਲੇ ਧਰਨੇ ਹੀ ਚੱਲੀ ਜਾਂਦੇ ਨੇ। ਆਪਣੀ ਅਗਲੀ ਰਣਨੀਤੀ ਕੀ ਹੈ? ਸੱਟ ਵੱਜੇ ਤਾਂ ਘੱਟੋ ਘੱਟ ਚੀਜ਼ ਤਾਂ ਪਵੇ ਨਾ, ਵੀ ਚੱਕ ਦਿਆਂਗੇ, ਟੰਗ ਦਿਆਂਗੇ, ਮੋਦੀ ਨੂੰ ਐ ਕਰ ਦਿਆਂਗੇ। ਤਾਂ ਫਿਰ ਯਾਰ ਰਾਜਿਆਂ ਦੇ ਰਾਜ 'ਚ ਆ ਕੇ ਕੋਈ ਕਿਵੇਂ ਸੈਲੋ ਬਣਾ ਜੂਗਾ? ਉਹ ਤਾਂ ਸਾਡੀ ਮਰਜ਼ੀ ਹੈ। ਜਿੱਦਣ ਜਿੱਤ ਕੀਤਾ ਢਾ ਦਿਆਂਗੇ, ਟਰੈਕਟਰ ਪਾੜ ਦਿਆਂਗੇ, ਉੱਥੇ ਲਿਜਾ ਕੇ ਚੜਾ ਦਿਆਂਗੇ ਉਹਨਾਂ ਦੇ ਵਿੱਚ। ਆ ਮੋਦੀ ਦੀ ਕਿੱਟੀ 'ਚ ਮੋਨੋਪਲੀ 'ਚ ਜਿਹੜੇ ਬੰਦੇ ਨੇ ਨਾ, ਅਡਾਨੀ ਅਬਾਨੀ, ਉਹ ਬਾਬਾ ਰਾਮਦੇਵ ਤੇ ਜਿਹੜਾ ਧੋਤੀ ਪਾ ਕੇ ਭੱਜਿਆ ਸੀਗਾ ਉੱਥੋਂ, ਜਿਹੜਾ ਬੜੇ ਤੁਹਾਡੇ ਹੱਕਾਂ ਦੀਆਂ ਗੱਲਾਂ ਕਰਦਾ, ਆਯੁਰਵੈਦਿਕ ਦੇ ਨਾਂ ਤੇ ਕਿੰਨਾ ਲੱਖਾਂ ਕਰੋੜ ਰੁਪਈਆ ਅੰਦਰ ਕਰ ਗਿਆ। ਮੋਦੀ ਸਰਕਾਰ ਕਹਿੰਦੀ ਸੀ ਆਏ ਸਾਲ 2 ਕਰੋੜ ਨੌਕਰੀ ਤੇ ਕਾਲਾ ਧਨ ਲੈ ਕੇ ਆਵਾਂਗੇ। ਕਾਲਾ ਧਨ ਤਾਂ ਵਿਜੇ ਮਾਲਿਆ, ਨੀਰਵ ਮੋਦੀ ਜਿਹੜਾ ਸੀਗਾ ਸਾਡੇ ਕੋਲ, ਉਹ ਵੀ ਲੈ ਕੇ ਉੱਥੇ ਜਾ ਵੜੇ। ਉਹਨਾਂ ਦਾ ਕੀ ਪੱਟ ਲਿਆ ਉਹਨਾਂ ਨੇ? ਫਿਰ ਕੇਂਦਰ ਦੀ ਸਰਕਾਰ ਉਹ ਝੰਡੇ ਦੇ ਗੱਬੇ ਜਿਹੜਾ ਕੇਂਦਰ ਬਿੰਦੂ ਹੈ ਨਾ, ਉਹ ਕੱਟ ਕੇ ਉੱਥੇ ਰਿਲਾਇੰਸ ਦਾ ਲੋਗੋ ਲਾਉਣ ਨੂੰ ਫਿਰਦੀ ਹੈ ਵੀ ਇਹ ਰਿਲਾਇੰਸ ਇੰਡੀਆ ਹੈ, ਇਹ ਹਿੰਦੁਸਤਾਨ ਨਹੀਂ ਹੈਗਾ। ਕੱਦਾ ਗੰਨੇ ਮਿੱਲਾਂ 'ਚ ਹੋਇਆ ਪਰਚੀਆਂ ਲੈ ਕੇ ਸਾਨੂੰ ਗੰਨਾ ਸਿੱਟਣਾ ਪੈਂਦਾ ਤੇ ਸਾਲ ਉਹਨਾਂ ਦੇ ਮੂਹਰੇ ਮਕਾਨ ਦੇਣੀ ਪੈਂਦੀ ਆ ਬਹਿ ਕੇ ਵੀ ਯਾਰ ਦੇ ਦਿਓ ਪੈਸੇ। ਹੁਣ ਤਾਂ ਸਾਲੇ 2 ਸਾਲ ਹੋ ਗਏ। ਏਜੰਡਾ ਸਾਰਿਆਂ ਦਾ ਇੱਕ ਆ ਤਾਂ ਫਿਰ ਝੰਡਾ ਇੱਕ ਕਿਉਂ ਨਹੀਂ ਹੈਗਾ? ਪ੍ਰੋਬਲਮ ਤਾਂ ਇਸ ਗੱਲ ਦੀ ਆ। ਹਾਲੇ ਵੀ ਕਈ ਲੋਕ ਆਪਦਾ ਇਹ ਚਮਕਾਉਣਾ ਚਾਹੁੰਦੇ ਆ ਰਾਜਨੀਤੀ ਵੀ ਅਸੀਂ ਹੱਲ ਕਰਵਾਤਾ, ਅਸੀਂ ਹੱਲ ਕਰਵਾਤਾ। ਮੋਦੀ ਨੂੰ ਨੀਂਦ ਨਹੀਂ ਆਈ ਰਾਤ ਨੂੰ, ਜਿੱਥੇ 25 ਤਰੀਕ ਨੂੰ ਇੱਥੇ ਪੂਰੇ ਪੰਜਾਬ 'ਚ ਪੰਜਾਬ ਬੰਦ ਦਾ ਧਰਨਾ ਦਿੱਤਾ ਸੀ। ਜੇ ਦੂਜੇ ਦਿਨ ਵੀ ਉੱਠ ਕੇ ਬੋਲਿਆ ਨਾ ਵੀ ਗੁੰਮਰਾਹ ਕਰ ਰਹੇ ਨੇ, ਤਾਂ ਤੁਸੀਂ ਇਹ ਸੋਚ ਲਓ ਵੀ ਉਹ ਬੌਂਦਲਿਆ ਹੋਇਆ ਵੀ ਹੱਲ ਕਿਵੇਂ ਨਾ ਕਰੀਏ। ਉਹ ਬਹਿ ਜਾਓ ਯਾਰ, ਬਹਿ ਜਾਓ ਬਾਈ ਬਣ ਕੇ, ਵੀਰੇ ਬਹਿ ਜਾਓ, ਬਹਿ ਜਾਓ। ਉਹ ਗੱਲ ਜਿਹੜੀ ਸਮਝਾਉਣੀ ਹੈ, ਉਹ ਜਿਹੜੀ ਗੱਲ ਖਾਨੇ ਪਾਉਣੀ ਹੈ, ਉਹ ਤਾਂ ਯਾਰ ਸੁਣ ਲਓ। ਫਿਰ ਮੇਰੀ ਗੱਲ ਸੁਣੋ, ਇੱਕ ਸੰਘਰਸ਼ ਹੈ ਜਿਹੜਾ ਉਹ ਸਿਖਰ ਤੇ ਪਹੁੰਚ ਗਿਆ, ਸਿਖਰ ਤੇ। ਫਿਰ ਬਰਗਾੜੀ ਮੋਰਚੇ 'ਚ ਕੀ ਹੋਇਆ ਸੀ? ਫਿਰ ਕਹਿੰਦੇ ਉਹ ਸਾਨੂੰ ਇਨਸਾਫ ਨਹੀਂ ਮਿਲਦਾ। ਫਿਰ ਸੁਣ ਤਾਂ ਲਓ ਯਾਰ, ਕਿਵੇਂ ਇਨਸਾਫ ਮਿਲ ਜੂਗਾ? ਗੱਲ ਆਪਾਂ ਇੰਨੀ ਵੀ ਥੋੜੀ ਜਿਹੀ ਤਾਂ ਸੋਝੀ ਵਰਤੀ ਹੈ ਬਾਈ। ਸੁਣ ਲਓ, ਆਪਾਂ ਉਦਣ ਦੇ ਏਕੇ
ਏਕੇ ਦੀ गल करते हैं। कल साडा एका हो गया, वो मैं तुहानूं दस्सण आया। चंडीगढ़ कॉन्फ्रेंस सीगी साडी, भारत दियां 31 पंजाब दियां 31 किसान जथेबंदियां नाल। बाई जी गल बाई बन के सुन लो, गल बहुत जरूरी है, बहुत जरूरी है, गल सुन लो। पहला तो जिन्ने भी सज्जन वीर इत्थे पहुंचे ने, तुसी अपने एके दा अपने हलके दा इकट्ठे होने का सबूत दिता, उहदे लई तुहाडा बहुत धन्नवाद है। दूजी गल ये है कि ये लड़ाई कल्ली किसानां दी जां मजदूरां दी नहीं हैगी, ਇਹਦੇ ਚ ਆੜਤੀਏ भी ने, ਇਹਦੇ ਚ जिन्ने दुकानां वाले ने साडे भरा वो भी ने, जिन्ने ट्रक ड्राइवर ने वो भी ने, सारे ही रगड़े जावांगे। ये बिल ਜਿਹੜੇ लागू होए ने ये कल्ले साडे किसानां वास्ते नहीं हैगे, ਇਹਦੇ ਚ सारे ही आपां रगड़े जावांगे। क्योंकि आड़ती एसोसीएशन तो जिन्ने भी साडे सज्जन पहुंचे ने उन्होंने भी अपने दुख तुहाडे नाल साझे करने ने, वो भी सानू समर्थन देण आए ने इत्थे। सो आपां सुन लईए हुण गल चंडीगढ़ कल की होया, सुन लो। सो कल सारियां यूनियनां, तुहानूं पता है कि अज तक किसान यूनियनां च एका नहीं होया कदे, पर हुण इन्ना प्रैशर है, इन्ना थोड़ी जवानी का जिहड़ा जोश है वो इन्ने प्रैशराइज हो गए कि वो सारे एक मंच ते इकट्ठे हो गए। जिहड़े असीं उदण दा होका दिंदे फिरदे सी कि एक मंच ते आओ, एक मंच ते आओ, वो आ गए। उदों बाद जिन्नी साडी समूह पंजाबी इंडस्ट्री है, समूह पंजाबी इंडस्ट्री ने किसान यूनियन नूं अपना समर्थन देता। क्यों? उहदा कारण की है? असीं हैगे नौजवान, तुसीं हैगे हो नौजवान, तुहाडे च हैगा जोश। वो हैगे ने साडे बजुर्ग, वो 70 साल तो साडे खेतां दी लड़ाई लड़दे आ रहे ने। सो उन्हां नूं होश है, उन्होंने रणनीतियां बना के सानूं दसना कि अगला साडा स्टैप की होना चाहिए। क्योंकि तुसीं सुन लो गल, 20-22 दिन हो गए सेम माहौल चली जाता, हरेक शहर च, हरेक मंडी च, हरेक मोड़ ते धरना है। पर धरने तो अगले ने तो काम करता ना अपना, अगले ने तो कानून बनाता, राष्ट्रपति तो लागू भी कराता, हुण तो बन गया। हुण अपने हले धरने ही चली जाते हैं। अपनी अगली रणनीति की है? सट बजे तो घट्टो घट चीज तो पवे ना। आपां तां इत्थे ही रौला पाई जाने इकट्ठे होके भी चक देंगे, टंग देंगे, मोदी नूं ऐ कर देंगे। गल कुछ भी नहीं होनी, गल कुछ भी नहीं होनी। जदों तक एक चंगी रणनीति नहीं बनाते उदों तक ये जित हासिल नहीं हो सकती। सो अज लोड़ है जोश दे नाल। पहलां तां मैं थोड़ी यार जवानी नूं मैं सजदा करदा, मैनूं झुक के प्रणाम करदा थोड़े सारे भरावां नूं, जिन्नी थोड़े च जोश है, जिन्नी तुसीं कल्ले कल्ले घर चों ये पहली बारी होया जिहड़ी ये लहर चली है कि जवानी इन्ने बड़े पद्धर ते सड़कां ते निकल के आई आ कि ਜਿਹੜੇ ਸਾਨੂੰ ਅੱਜ तक यही कहते रहे ने भी चिट्टे ने खा लिया जी, बाहां 'ਚ सरिंजां लगियां होईयां ने, सूइयां लगियां ने, सूटियां ने फूकते। वो कलंक असी इस धरने दे राही इन्हां रोस मजारियां ने ला के परे सट्टा, अगले दे मूंह ते चपेड़ मारी, जवाब देता। सो हुण इदों अगला स्टैप की होना चाहिए? गल उहदे ते गौर करो। उन्होंने 70 साल कढ़ते साडियां खेतां दी लड़ाई लड़दियां ने। सो जिन्नियां भी देखो सारे कहते हैं भी एक हो जाइए, एक हो जाइए, एक हो जाइए। ठीक है, वो टाइम आ गया, उन्होंने पहल की। असी सब तो पहला साडा भाईचारा जाके उन्होंने समर्थन च खड़ गया। तुसी साडे वड्डे हो, तुसी साडे अगे हो के चलो, असी थोड़े पिछे लग के चलांगे। सो अगलियां जिहड़ियां रणनीतियां ने वो किसान यूनियन वालियां ने बनाउणियां ने जी। वो एक हो गए, आपां उन्हां दे पिछे लगना। चाहे वो रिलायंस का बाईकाट होवे, मैं तो कहना प्रॉपर वो किसान यूनियन तुहानूं कहण ना कहण, तुसीं पत्ता ही कट दो, रिलायंस का तो कुछ लेना ही नहीं कदे। हाँ, जिहड़े बाई ने गल कीती है भी सैलो बन के ये लड़ाई लड़ांगे, बने तो पंजाब च ही ने ना, वो कोई राजे नहीं। असीं अपने खेतों के राजे हाँ, असीं मालकां। जे कहा जाता ना भी मालवे दे राजे बल्लीए, तो वो राजे असीं अपने खेतां करके हाँ, होर किसे करके नहीं हैगे। तो फिर यार राजियां दे राज च आके कोई किवें सैलो बना जूगा? वो तो साडी मर्जी है, जिद्दण चित्त किता ढा देंगे, ट्रैक्टर पाड़ देंगे, उत्थे ले जाके चढ़ा देंगे उन्हां दे विच। दिल्ली रोक लेणगे सानू ट्रैक्टर पाड़न तो, इत्थे मोगे तो नहीं रोक सकते, इत्थे तो ले ही जावांगे। पर गल ये है कि ट्रैक्टर उत्थे बाड़न नाल मसले दा हल है नहीं। दिल्ली जावांगे, किन्नियां पंजाबी सियासी पार्टियां ने पहल कर ली दिल्ली जाण दी। के की करदे आ, 5000 बंदा 4000 बंदा इकट्ठा होके जांदा, उत्थों शंभू बैरीयर नहीं टप्पण दिंदे, उत्थों ही मोड़ दिंदे ने अगले, नाले पा दिंदे ने परचे। ये दिल्ली जाण दा तां फायदा जदों 10 लाख बंदा इकट्ठा होवे, उत्थे फिर दिल्ली जाण दी भी लोड़ नहीं। जदों उत्थे शंभू बैरीयर ते 10 लाख बंदा इकट्ठा हो गया,
ਉਵੇਂ ਹੀ ਹੱਥ ਜੋੜ ਜਾਣਗੇ ਜਿਹੜੇ ਮੋਦੀ ਜੀ ਕਹਿਣਗੇ ਨਾ ਮਿੱਤਰੋ ਮਿੱਤਰੋ। ਫਿਰ ਉਹ ਕਹਿਣਗੇ ਵੀ ਗਲਤੀ ਹੋ ਗਈ, ਗਲਤ ਪੰਗਾ ਲੈ ਲਿਆ ਪੰਜਾਬੀਆਂ ਨਾਲ ਜਿਨ੍ਹਾਂ ਨੂੰ ਅੱਜ ਤੱਕ ਇਗਨੋਰ ਹੀ ਰੱਖਿਆ। 2% ਸਾਡੀ ਕੌਮ ਹੈ, ਪੂਰੀ ਦੁਨੀਆ ਤੇ ਰਾਜ ਕਰਦੀ ਹੈ। ਤੇ ਸ਼ਰਮ ਦੀ ਗੱਲ ਇਹ ਆ ਸਾਡੇ ਮੁਲਕ 'ਚ ਜਿਹਨੂੰ ਕਿਹਾ ਜਾਂਦਾ ਕਿ ਹਿੰਦੁਸਤਾਨ ਹੈ, ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਤੁਸੀਂ ਕੱਲ ਦੀ ਸਟੇਟਮੈਂਟ ਸੁਣ ਲਓ, ਟਰੂਡੋ ਹੈ, ਉਹ ਸਾਡੀ ਮਾਸੀ ਦਾ ਮੁੰਡਾ ਲੱਗਦਾ, ਉਹਨੇ ਵੀ ਇਹ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ 'ਚ ਹਿੰਦੁਸਤਾਨ 'ਚ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ਟਰੰਪ ਹੈ, ਬਹੁਤ ਗੱਲਾਂ ਤੇ ਸਾਡੀ ਉਹਦੇ ਨਾਲ ਸਹਿਮਤੀ ਨਹੀਂ ਹੋ ਸਕਦੀ। ਸਾਡੇ ਲਈ ਉਹ ਆਪਾਂ ਮੰਨਦੇ ਹਾਂ ਕਿ ਬੜੇ ਉਹ ਸਿਆਸੀ ਮੁੱਦੇ ਨੇ, ਵੱਡੇ ਨੇ, ਅਸੀਂ ਕੋਈ ਲੀਡਰ ਥੋੜੀ ਹੈ। ਬਲਕਿ ਜਿਹੜੀ ਚੀਜ਼ ਗਲਤ ਹੈ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਵੀ ਇਹ ਗੱਲ ਕਹਿਤੀ ਕਿ ਮੋਦੀ ਸਰਕਾਰ ਹੈ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਇਹ ਜਿਹੜਾ ਮਾਡਲ ਸਾਡੇ ਤੇ ਲਿਆ ਕੇ ਥੋਪਤਾ, ਇਹ ਅਮਰੀਕਾ ਦਾ ਤੇ ਯੂਰਪ ਦਾ ਫੇਲ ਮਾਡਲ ਹੈ। ਉੱਥੇ ਇਹਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ, ਜਿਹੜਾ ਸਾਡੇ ਤੇ ਲਿਆ ਕੇ ਇਹ ਥੋਪਿਆ ਨਹੀਂ ਗਿਆ। ਅਸਲ 'ਚ ਗੱਲ ਸਮਝੋ ਕੀ ਹੈ, ਬਿਜ਼ਨਸ ਡੀਲਾਂ ਨੇ। ਆ ਮੋਦੀ ਦੀ ਕਿੱਟੀ 'ਚ ਮੋਨੋਪੋਲੀ 'ਚ ਜਿਹੜੇ ਬੰਦੇ ਨੇ ਨਾ, ਅਡਾਨੀ ਅਬਾਨੀ, ਉਹ ਬਾਬਾ ਰਾਮਦੇਵ ਤੇ ਜਿਹੜਾ ਧੋਤੀ ਪਾ ਕੇ ਭੱਜਿਆ ਸੀਗਾ ਉੱਥੋਂ, ਜਿਹੜਾ ਬੜੇ ਤੁਹਾਡੇ ਹੱਕਾਂ ਦੀਆਂ ਗੱਲਾਂ ਕਰਦਾ, ਆਯੁਰਵੈਦਿਕ ਦੇ ਨਾਂ ਤੇ ਕਿੰਨਾ ਲੱਖਾਂ ਕਰੋੜ ਰੁਪਈਆ ਅੰਦਰ ਕਰ ਗਿਆ। ਮੋਦੀ ਸਰਕਾਰ ਕਹਿੰਦੀ ਸੀ ਆਏ ਸਾਲ 2 ਕਰੋੜ ਨੌਕਰੀ ਤੇ ਕਾਲਾ ਧਨ ਲੈ ਕੇ ਆਵਾਂਗੇ। ਕਾਲਾ ਧਨ ਤਾਂ ਵਿਜੇ ਮਾਲਿਆ, ਨੀਰਵ ਮੋਦੀ ਜਿਹੜਾ ਸੀਗਾ ਸਾਡੇ ਕੋਲ, ਉਹ ਵੀ ਲੈ ਕੇ ਉੱਥੇ ਜਾ ਵੜੇ। ਉਹਨਾਂ ਦਾ ਕੀ ਪੱਟ ਲਿਆ ਉਹਨਾਂ ਨੇ? ਫਿਰ ਅੱਜ ਤੱਕ ਕਦੇ ਮੋਦੀ ਜੀ ਨੇ ਇਹ ਗੱਲ ਕੀਤੀ ਹੈ? ਜਿਹੜਾ ਮੈਨੀਫੈਸਟੋ ਸੀ ਉਹਦੇ 'ਚ ਕਿਹਾ ਗਿਆ ਸੀ ਕਿ ਕਾਲਾ ਧਨ ਲੈ ਕੇ ਆਵਾਂਗੇ, ਕਿੱਥੇ ਹੈ? ਸਾਨੂੰ ਤਾਂ ਨਹੀਂ ਦਿਖਦਾ। ਈਵਨ ਕੀ ਹੁਣ ਕੀ ਹੋਇਆ, ਪੰਜਾਬ ਨੂੰ ਅੱਜ ਤੱਕ ਵਿਤਕਰਾ ਕੀਤਾ ਗਿਆ, ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਗੱਲ ਕੀ ਹੈ, ਹਿੰਦੁਸਤਾਨ ਦਾ ਜਿਹੜਾ ਝੰਡਾ ਹੈ ਉਹ ਵੱਖ-ਵੱਖ ਭਿੰਨਤਾਵਾਂ ਦਾ ਝੰਡਾ ਹੈ। ਉਹਦੇ 'ਚ ਹਰਾ ਰੰਗ ਵੀ ਆ, ਉਹਦੇ 'ਚ ਚਿੱਟਾ ਰੰਗ ਵੀ ਆ, ਉਹਦੇ 'ਚ ਵੱਖ-ਵੱਖ ਰੰਗ ਨੇ। ਉਹਦਾ ਜਿਹੜਾ ਚੱਕਰ ਹੈ ਉਹ ਪੂਰੇ ਭਾਰਤ ਦੀ ਸੱਭਿਅਤਾ ਨੂੰ ਦਰਸਾਉਂਦਾ ਹੈ। ਇਹ ਗੱਲ ਹੁਣ ਸੁਣ ਲਿਓ, ਧਿਆਨ ਨਾਲ ਸੁਣਨ ਵਾਲੀ ਹੈ। ਇਹਦੇ 'ਚ ਕੀ ਕਰ ਰਹੀ ਹੈ ਕੇਂਦਰ ਦੀ ਸਰਕਾਰ? ਉਹ ਝੰਡੇ ਦੇ ਗੱਬੇ ਜਿਹੜਾ ਕੇਂਦਰ ਬਿੰਦੂ ਹੈ ਨਾ, ਉਹ ਕੱਟ ਕੇ ਉੱਥੇ ਰਿਲਾਇੰਸ ਦਾ ਲੋਗੋ ਲਾਉਣ ਨੂੰ ਫਿਰਦੀ ਹੈ ਵੀ ਇਹ ਰਿਲਾਇੰਸ ਇੰਡੀਆ ਹੈ, ਇਹ ਹਿੰਦੁਸਤਾਨ ਨਹੀਂ ਹੈਗਾ। ਸਤਿ ਸ੍ਰੀ ਅਕਾਲ। ਸੋ ਵੀਰੋ, ਇਹ ਅਸੀਂ ਕਦੇ ਹੋਣ ਨਹੀਂ ਦੇਵਾਂਗੇ। ਪੰਜਾਬ ਦੀ ਲੜਾਈ ਨਹੀਂ, ਲੜਾਈ ਕਿਸਾਨ ਦੀ ਹੈ, ਜਿਹਦੇ ਪਿੱਛੇ ਕਿਸਾਨ ਲੱਗਦਾ, ਮਜ਼ਦੂਰ ਲੱਗਦਾ। ਅੱਛਾ, ਜੇ ਇਹ ਇੰਨੇ ਹੀ ਬਿੱਲ ਚੰਗੇ ਨੇ, ਬਿਹਾਰ 'ਚ 2006 'ਚ ਪਾਸ ਹੋ ਗਏ ਸੀ। ਆਪਣੇ ਕਦੇ ਨਾ ਜਿਹੜੇ ਵਿਚਾਰੇ ਮਜ਼ਦੂਰ ਭਾਈਚਾਰਾ ਇੱਥੇ ਕੰਮ ਕਰਨ ਆਉਂਦਾ, ਉਹਨਾਂ ਤੋਂ ਪੁੱਛ ਲਿਓ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਹੈ। ਤੁਹਾਨੂੰ ਕਹਿਣਗੇ 8 ਕਿੱਲੇ, 9 ਕਿੱਲੇ, 10 ਕਿੱਲੇ। ਤੇ 10 ਕਿੱਲਿਆਂ ਵਾਲਾ ਇੱਥੇ ਪੰਜਾਬ 'ਚ ਚੰਗਾ ਜ਼ਿਮੀਂਦਾਰ ਹੁੰਦਾ ਹੈ, ਮਾੜਾ ਨਹੀਂ ਹੁੰਦਾ। ਤੇ ਉਹਨਾਂ ਨੂੰ ਉੱਥੇ ਮੁੱਲ ਨਹੀਂ ਮਿਲਦਾ, ਸਾਨੂੰ ਕੀ ਮਿਲ ਜੂਗਾ? ਪਹਿਲੀ ਗੱਲ। ਦੂਜੀ ਗੱਲ ਇਹ ਆ, ਜਿਹੜਾ ਪ੍ਰਾਈਵੇਟਕਰਨ ਕਰਤਾ, ਉਹਦਾ ਕੱਦਾ ਗੰਨੇ ਮਿੱਲਾਂ 'ਚ ਹੋਇਆ ਪਰਚੀਆਂ ਲੈ ਕੇ ਸਾਨੂੰ ਗੰਨਾ ਸਿੱਟਣਾ ਪੈਂਦਾ, ਤੇ ਸਾਲ-ਸਾਲ ਉਹਨਾਂ ਦੇ ਮੂਹਰੇ ਮਕਾਨ ਦੇਣੀ ਪੈਂਦੀ ਆ ਬਹਿ ਕੇ ਵੀ ਯਾਰ ਦੇ ਦਿਓ ਪੈਸੇ। ਹੁਣ ਤਾਂ ਸਾਲੇ 2 ਸਾਲ ਹੋ ਗਏ, ਦਿੰਦਾ ਕੋਈ ਪੈਸੇ? ਨਹੀਂ ਦਿੰਦਾ। ਸੋ ਤਾਂ ਕਰਕੇ ਜਿੰਨਾ ਤੁਹਾਡੇ 'ਚ ਜੋਸ਼ ਹੈ, ਉਹਨਾਂ ਹੋਸ਼ ਨਾਲ ਵੀ ਕੰਮ ਲਓ। ਕੱਲਾ ਜੋਸ਼ ਕਦੇ ਵੀ, ਬਾਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ, ਕੱਲੇ ਜੋਸ਼ ਨਾਲ ਜੰਗ ਨਹੀਂ ਜਿੱਤੀ ਜਾਂਦੀ। ਕਿਸੇ ਮੁਲਕ ਦਾ ਕੋਈ ਰਾਜਾ ਸੀ, ਉਹ ਕਹਿੰਦਾ ਇਸ ਮੁਲਕ ਨੇ ਇਹ ਜੰਗ ਜਿੱਤ ਲਈ ਤੇ ਰਾਜੇ ਨੇ ਜਿੱਤ ਲਈ। ਨਾ, ਰਾਜੇ ਨੇ ਨਹੀਂ ਜਿੱਤੀ, ਜੰਗ ਜਿੱਤੀ ਆ ਸੈਨਾਪਤੀ ਨੇ, ਜਿਹਨੇ ਰਣਨੀਤੀ ਬਣਾਈ ਹੈ। ਅੱਜ ਲੋੜ ਹੈ ਸਾਨੂੰ ਇੱਕ ਚੰਗੇ ਸੈਨਾਪਤੀ ਦੀ, ਜਿਹੜਾ ਸਾਡੇ ਮੂਹਰੇ ਲੱਗੇ। ਸਰਕਾਰਾਂ ਸਾਨੂੰ ਕਹਿੰਦੀਆਂ ਨੇ ਅਸੀਂ ਇੱਕ ਆ, ਕਿਤੇ ਦੋ ਤਾਂ ਸਹੀ ਨਾ ਸਬੂਤ ਏਕੇ ਦਾ। ਜਿਹੜਾ ਆਪਦੀ ਰੈਲੀ ਕਰਦਾ, ਆਪਦੀਆਂ ਝੰਡੀਆਂ ਆਉਂਦੀਆਂ ਨੇ ਉੱਥੇ। ਕਿਹਨੇ ਕਿਸਾਨ ਯੂਨੀਅਨ ਦੀ ਝੰਡੀ ਚੱਕੀ ਹੈ? ਕਿਹਨੇ ਅੱਜ ਕਿਸਾਨੀ ਦੀ ਗੱਲ ਕੀਤੀ ਹੈ? ਤੇ ਕਹਿ ਸਾਰੇ ਦਿੰਦੇ ਨੇ ਪਹਿਲਾ ਧਰਮ ਕਿਸਾਨੀ, ਪਹਿਲਾ ਧਰਮ ਕਿਸਾਨੀ। ਪ੍ਰੂਫ ਤਾਂ ਦਿਓ, ਸਬੂਤ ਤਾਂ ਦਿਓ। ਜੇ ਪਹਿਲਾ ਧਰਮ ਕਿਸਾਨੀ ਆ, ਜਿਹੜਾ ਕੰਮ ਅਸੀਂ ਫਿਰਦੇ ਉਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਹਾਂਜੀ ਬਾਕੀ ਸਿਆਸਤਾਂ, ਬਾਕੀ ਰਾਜਨੀਤੀਆਂ ਸਾਰਾ ਕੁਝ ਛੱਡੋ, ਪਹਿਲਾਂ ਆਪਣੇ ਖੇਤ ਬਚਾ ਲਈਏ। ਕਿਉਂ? ਕਿਉਂਕਿ ਰਾਜਨੀਤੀ ਵੀ ਸਾਡੇ ਤੇ ਹੀ ਕਰਨੀ ਹੈ ਨਾ। ਮੁੜ ਕੇ ਜਦੋਂ ਰਿਹਾ ਹੀ ਕੁਛ ਨਾ, ਫਿਰ ਰਾਜਨੀਤੀ ਕਿਹਦੇ ਤੇ ਕਰਨਗੇ? ਪੰਜੇ ਉਂਗਲੀਆਂ ਕਦੇ ਵੀ ਬਾਈ ਜੀ ਬਰਾਬਰ ਨਹੀਂ ਹੋ ਸਕਦੀਆਂ, ਇਹ ਗੱਲ ਕਲੀਅਰ ਕਰ ਲਓ। ਮੈਨੂੰ ਪਤਾ ਹੈ ਅੱਜ ਪੰਜਾਬ ਦਾ ਯੂਥ ਹੈ ਤਖਤਾ ਪਲਟਣ ਨੂੰ ਤਿਆਰ ਹੈ, ਜਿੰਨਾ ਮੈਂ ਨੌਜਵਾਨਾਂ 'ਚ ਰੋਸ ਦੇਖਦਾ। ਪਰ ਠੀਕ ਹੈ, ਇਹ ਸਾਡਾ ਏਜੰਡਾ ਨਹੀਂ ਹੈਗਾ। 2022 ਹਲੇ ਦੂਰ ਹੈ, ਜਿਹਨੇ ਜਿੰਨਾ ਕਰੰਟ ਕੱਢਣਾ ਕੱਢ ਲਿਓ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਪੰਜੇ ਉਂਗਲੀਆਂ ਇੱਕ ਸਾਰ ਦੀਆਂ ਨਹੀਂ। ਜਿੱਥੇ ਬੰਦੇ ਵਿੱਚ ਮਾੜੇ ਨੇ, ਉੱਥੇ ਵਿੱਚ ਚੰਗੇ ਵੀ ਨੇ। ਹਰ ਇੱਕ ਬੰਦੇ ਦੀ ਆਪਦੀ ਪਾਰਟੀ ਹੈ, ਆਪਦੀ ਪਸੰਦ ਹੈ, ਲੋਕਤੰਤਰ ਹੈ, ਉਹਨੂੰ ਮੌਕਾ ਦੇ ਹੀ ਦੇਣਾ। ਪਰ ਅੱਜ ਜੇ ਕੋਈ ਮੁੱਦਾ ਹੈ ਨਾ ਸਾਡਾ, ਅੱਜ ਸਾਡਾ ਮੁੱਦਾ ਕਿਸਾਨੀ ਦਾ। ਕਿਉਂ? ਲੈ ਦੇ ਕੇ ਸਾਡੇ ਕੋਲ ਖੇਤ ਤਾਂ ਬਚੇ ਸੀ ਇਕੱਲੇ, ਖੇਤਾਂ ਤੋਂ ਬਿਨਾਂ ਹੋਰ ਸਾਡੇ ਪੱਲੇ ਕੀ ਹੈ? ਅੱਜ ਕੇਂਦਰ ਦੀ ਸਰਕਾਰ ਨੇ ਸਿੱਧੇ ਤੌਰ ਤੇ ਅੱਖ ਉਹਨਾਂ ਤੇ ਰੱਖ ਲਈ।
ਉਹ ਪਿੱਛੋਂ ਅੰਬਾਨੀ ਉਹ ਨਹੀਂ ਫੋਨ ਮਾਰਦੇ ਆ, ਉਹ ਮੋਦੀ ਜੀ ਜਿਹੜੀ ਡੀਲ ਹੋਈ ਸੀ ਪੰਜਾਬ ਦੀ ਜ਼ਮੀਨ ਦੀ ਉਹਦਾ ਕੀ ਬਣਿਆ? ਹਾਂਜੀ ਹਾਂਜੀ ਸਰ, ਰਾਸ਼ਟਰਪਤੀ ਨੇ ਸਾਈਨ ਕਰਤੇ ਸਰ, ਥੋੜਾ ਅੰਦੋਲਨ ਚੱਲ ਰਿਹਾ ਪਰ ਅਸੀਂ ਤੁਹਾਨੂੰ ਦੇ ਦਾਂਗੇ। ਇਹ ਭੁਲੇਖਾ ਹੈ ਮੋਦੀ ਦਾ ਵੀ ਦੇ ਦਾਂਗੇ। ਇਹ ਪਹਿਲੀ ਆ, ਹਲੇ ਤੱਕ ਰਿਕੁਐਸਟ ਕਰਦੇ ਹਾਂ ਅਸੀਂ ਉਹਨਾਂ ਨੂੰ, ਪਰ ਜੇ ਆਰ ਪਾਰ ਦੀ ਲੜਾਈ ਤੇ ਆ ਗਏ ਨਾ ਫਿਰ ਕਿਤੇ ਇਹ ਨਾ ਸੋਚਿਓ ਵੀ 84 ਵਾਲਾ ਕੰਮ ਹੋਊਗਾ, ਮਿਲਟਰੀ ਲਿਆਉਂਗੇ ਉਰੇ ਤੇ ਸਾਨੂੰ ਦਬਾ ਕੇ ਲੰਘ ਜਾਓਗੇ। ਨਾ ਜੀ ਨਾ, ਇੱਥੇ ਕੱਲੇ ਕੱਲੇ ਜੇ ਹਥਿਆਰ ਨਹੀਂ ਤਾਂ ਡਾਂਗ ਤਾਂ ਕੱਲੇ ਕੱਲੇ ਕੋਲ ਪਈ ਐ। ਸਾਡੀਆਂ ਦਾ ਭੈਣਾਂ ਨੇ ਵੀ ਜਿਹੜੇ ਘੋਟਣੇ ਹੁੰਦੇ ਨੇ ਨਾ, ਮੈਂ ਜਦੋਂ ਰੋਜ਼ ਧਰਨੇ ਤੇ ਜਾਂਦਾ ਮੇਰੀ ਮਾਂ ਮੈਨੂੰ ਕਹਿੰਦੀ ਹੈ ਪੁੱਤ ਮੈਨੂੰ ਨਾਲ ਲੈ ਕੇ ਚੱਲ, ਐਡੀ ਸ਼ਿੱਦਤ ਹੈ ਸਾਡੇ ਖੇਤਾਂ ਨੂੰ ਲੈ ਕੇ, ਸਾਡੇ ਪਿੰਡਾਂ 'ਚ ਸਾਡਿਆਂ ਘਰਾਂ 'ਚ। ਕਿਉਂਕਿ ਸਾਡੀਆਂ ਉਹਨਾਂ ਨਾਲ ਯਾਦਾਂ ਜੁੜੀਆਂ, ਸਾਡਾ ਇੱਕ ਇਤਿਹਾਸ ਜੁੜਿਆ ਪੰਜਾਬ ਦਾ ਖੇਤਾਂ ਨਾਲ। ਜਦੋਂ ਅਸੀਂ ਛੋਟੇ ਸੀ, ਤੁਹਾਡਾ ਤਾਂ ਮਾਲਵਾ ਏਰੀਆ, ਤੁਹਾਡੇ ਕੋਲ ਇੱਧਰ ਜ਼ਮੀਨਾਂ ਵੱਧ ਨੇ, ਵੱਡੇ ਤੁਸੀਂ ਜ਼ਿਮੀਂਦਾਰ ਹੋ, ਸਾਰਿਆਂ ਕੋਲ ਨਹੀਂ। ਹਿੰਦੁਸਤਾਨ 'ਚ 80% ਤਬਕਾ ਉਹ ਆ ਜਿਹੜਾ 5 ਕਿੱਲਿਆਂ ਤੋਂ ਥੱਲੇ ਦੀ ਖੇਤੀ ਕਰਦਾ। ਛੋਟਾ ਗੱਲ ਮੋਗੀ ਚਾਹੇ ਛੋਟਾ ਚਾਹੇ ਕੋਈ ਵੱਡਾ ਖੇਤ, ਚਾਹੇ ਕੋਲ ਕਿਸੇ ਕੋਲ 1 ਕਿੱਲਾ ਚਾਹੇ ਕਿਸੇ ਕੋਲ 100 ਕਿੱਲਾ, ਕਿਹਦਾ ਜੀ ਕਰਦਾ ਯਾਰ ਦੇਣ ਨੂੰ, ਤੇ ਕਿਉਂ ਦਈਏ ਯਾਰ? ਇਹ ਕੀ ਲੱਗਦੇ ਨੇ ਸਾਡਿਆਂ ਖੇਤਾਂ ਦੇ? ਸੋ ਗੱਲ ਅੱਜ ਆ ਕੇ ਇੱਥੇ ਖੜੀ ਹੋ ਗਈ। ਇੱਕ ਪਲਾਨ ਦੇ ਸਾਜ਼ਿਸ਼ ਦੇ ਅਧੀਨ ਇਹ ਸਰਕਾਰ ਸਿੱਧੇ ਤੌਰ ਤੇ ਇਹ ਜਿਹੜਾ ਕਹਿੰਦੇ ਆ ਵੀ ਪ੍ਰਾਈਵੇਟਕਰਨ ਕਰ ਦਿਆਂਗੇ, ਤੁਹਾਨੂੰ ਪੈਸੇ ਵੱਧ ਦੇ ਦੇਣਗੇ। ਸਾਨੂੰ ਯਾਰ ਕੁਝ ਚਾਹੀਦਾ ਹੀ ਨਹੀਂ। ਜੇ ਕਰਨਾ ਹੁੰਦਾ ਤਾਂ ਲਿਆ ਕੇ ਸੁਸਾਇਟੀਆਂ 'ਚ ਸਰਕਾਰੀ ਟਰੈਕਟਰ ਖੜਾਉਂਦੇ, ਉਹਨਾਂ 'ਚ ਅਗਲਾ ਤੇਲ ਪਾਉਂਦਾ, ਆਪਦੇ ਖੇਤ ਵਾਹੁੰਦਾ ਤੇ ਉੱਥੇ ਖੜਾ ਦਿੰਦਾ, ਸੰਦ ਲਿਆ ਕੇ ਦਿੰਦੇ, ਸਾਡੀਆਂ ਖੇਤੀ ਤੇ ਇੰਸ਼ੋਰੈਂਸਾਂ ਕਰਦੇ, ਸਾਡੀਆਂ ਫਸਲਾਂ ਤੇ ਸਾਨੂੰ ਬੀਜ ਬੀਜਣ ਨੂੰ ਪਹਿਲਾਂ ਪੈਸੇ ਦਿੰਦੇ। ਜੇ ਐਡਾ ਜ਼ਿਆਦਾ ਲਾਗੂ ਸੀ ਇਹ ਬਿੱਲ ਕਰਨੇ ਚੰਗੇ ਸੀ ਤਾਂ ਫਿਰ MSP ਲਿਖਤੀ ਰੂਪ 'ਚ ਕਿਉਂ ਨਹੀਂ ਦਿੱਤੀ? ਉਹ ਤਾਂ ਮੁੱਦਾ MSP ਦਾ ਨਹੀਂ, MSP ਬੜੀਆਂ ਫਸਲਾਂ ਤੇ ਲਾਗੂ ਆ। ਪੰਜਾਬ ਕੋਲੇ ਦੁਖਾਂਤ ਕੀ ਆ, ਅੱਜ ਜਿੰਨੇ ਖੜੇ ਹੋ ਇਹ ਉਹ ਵੀਰ ਨੇ ਜਿਹੜੇ ਸਿਰਫ 3 ਫਸਲਾਂ ਪ੍ਰਾਇੋਰਟੀ ਦੇ ਬੀਜਦੇ ਨੇ, ਕਣਕ, ਝੋਨਾ ਤੇ ਨਰਮਾ। ਬਾਕੀ ਜਿਹੜਾ 5 ਕਿੱਲਿਆਂ ਵਾਲਾ 4 ਕਿੱਲਿਆਂ ਵਾਲਾ ਤੁਸੀਂ ਦੇਖਦੇ ਹੋ YouTube ਤੇ ਵੀ 25 ਲੱਖ ਦੀ ਖੇਤੀ ਫਸਲ 'ਚੋਂ 5 ਕਿੱਲਿਆਂ 'ਚੋਂ 50 ਲੱਖ ਰੁਪਇਆ ਕਮਾ ਲਿਆ। ਉਹ ਤਾਂ ਆਪਦਾ ਸਬਜ਼ੀਆਂ ਬੀਜਦੇ ਨੇ, ਉਹਨਾਂ ਨੇ ਇੱਕ ਅਲੱਗ ਪੈਟਰਨ ਤਿਆਰ ਕਰ ਲਿਆ। ਇਹ ਮੁੱਦਾ ਇਹ ਆ ਵੀ ਸਾਨੂੰ ਕੋਈ ਵੱਖਰਾ ਕਰਨ ਖੇਤੀ 'ਚ ਦਿੱਤਾ ਹੀ ਨਹੀਂ ਗਿਆ, ਸਾਡੀ ਮਜਬੂਰੀ ਆ, ਫਿਰ ਅਸੀਂ ਕੀ ਬੀਜੀਏ? ਅਸੀਂ ਬੀਜੀਏ ਕੀ, ਅਸੀਂ ਕਿਵੇਂ? ਕੋਈ ਸਾਨੂੰ ਸ਼ੌਰਟ ਹੀ ਨਹੀਂ ਹੈਗੀ। ਦੇਖੋ ਤਰਾਸਦੀ ਇਹ ਆ ਕਿ 5-7 ਸਾਲ 'ਚ ਪੰਜਾਬ ਦਾ ਜਿਹੜਾ ਪਾਣੀ ਹੈ, ਜਿਵੇਂ ਬਾਈ ਨੇ ਗੱਲ ਕੀਤੀ ਵੀ ਕੈਂਸਰ ਘਰ ਘਰ 'ਚ ਹੈ, ਕਿੱਡੀ ਤਰਾਸਦੀ ਹੈ, ਕਿੱਡਾ ਦਿਖਾਂਤ ਹੈ। ਹਰੀ ਕ੍ਰਾਂਤੀ ਦੇ ਨਾਂ ਤੇ ਸਾਡੇ ਪਾਣੀਆਂ 'ਚ, ਸਾਡੇ ਖੇਤਾਂ 'ਚ ਜ਼ਹਿਰ ਘੋਲਤਾ ਯੂਰੀਏ ਦੇ ਨਾਂ ਤੇ। 5-7 ਸਾਲ 'ਚ ਪਾਣੀ ਤਾਂ ਵੈਸੇ ਹੀ ਮੁੱਕ ਜਾਣਾ, ਫਿਰ ਖੇਤੀ ਤਾਂ ਰਹਿਣੀ ਓ ਨਹੀਂ, ਫਿਰ ਕੀ ਕਰਾਂਗੇ? ਅੱਜ ਲੋੜ ਹੈ ਪ੍ਰੋਪਰ ਇੱਕ ਢਾਂਚੇ ਨੂੰ ਸਹੀ ਕਰਨ ਦੀ, ਜਿਹੜੀ ਜੇ ਮੈਂ ਅੱਜ ਇੱਥੋਂ ਸਟੇਜ ਤੋਂ ਬੋਲ ਦੇਵਾਂ ਵੀ ਹਾਂਜੀ ਇਦਾਂ ਹੋ ਜਾਊਗਾ ਜੀ, ਕੱਲ ਨੂੰ ਇਦਾਂ ਹੋ ਜਾਊਗਾ, ਉਦਾਂ ਹੋ ਜਾਊਗਾ, ਨਹੀਂ ਵੀਰੇ। ਸਾਨੂੰ ਇੱਕ ਕਪਤਾਨ ਦੀ ਲੋੜ ਹੈ, ਸਾਨੂੰ ਇੱਕ ਸਹੀ ਆਗੂ ਦੀ ਲੋੜ ਹੈ ਜਿਹੜਾ ਅੱਗੇ ਜਾ ਕੇ ਗੱਲ ਕਰੇ। ਹੁਣ ਕੱਲ ਨੂੰ ਮੈਂ ਕਹਿੰਦਾ ਮੇਰੇ ਵੀਡੀਓ ਵਾਇਰਲ ਹੋ ਗਏ, ਕੱਲ ਨੂੰ ਮੋਦੀ ਮੈਨੂੰ ਬੁਲਾ ਲਵੇ ਵੀ ਹਾਂ ਬਈ ਪੰਜਾਬ 'ਚ ਬਹੁਤ ਭੜਕਦਾ ਫਿਰਦਾ, ਦੱਸ ਕੀ ਕਰੀਏ? ਫਿਰ ਕੀ ਕਰਾਂਗੇ ਬਾਈ? ਉਹਨਾਂ ਦੀ ਮੋਨੋਪਲੀ ਆ। ਮੈਂ ਵੀਰੇ ਤੁਹਾਡੀ ਇੱਜ਼ਤ ਕਰਦਾ, ਤੁਸੀਂ ਮੇਰੇ ਨਾਲ ਹੋ। ਜਿੰਨਾ ਜੋਸ਼ ਜਵਾਨੀ 'ਚ ਮੈਂ ਕਾਰ 'ਚ ਆਉਂਦਾ ਸੀ, ਵੀਰ ਇੱਥੇ ਖੜਾ, ਇਹਨੇ ਕੀ ਕਹੀ ਬਾਈ? ਜੇ ਲੋੜ ਪੈ ਗਈ ਤਾਂ ਜਾਨ ਦੇ ਦੇਂਗੇ, ਜਾਨ ਵਾਰ ਦਾਂਗੇ। ਕਿਉਂ ਬਈ? ਅਸੀਂ ਕਿਉਂ ਦੇਵਾਂਗੇ ਜਾਨਾਂ? ਸਾਡੀਆਂ ਜਾਨਾਂ ਸਲੀਆਂ ਐਡੀਆਂ ਫਰੀ ਨੇ ਬਈ ਅਸੀਂ ਜਾਨਾਂ ਦੇਵਾਂਗੇ? ਅਸੀਂ ਜਾਨਾਂ ਦੇਵਾਂਗੇ ਨਹੀਂ। ਜੇ ਲੋੜ ਪੈ ਗਈ, ਇਹ ਸਮਝ ਲਓ, ਜੇ ਲੋੜ ਪੈ ਗਈ, ਜਦੋਂ ਗੱਲ ਜਾਨ ਤੇ ਆ ਗਈ, ਇਤਿਹਾਸ ਯਾਦ ਰੱਖਦਾ ਯਾਰ ਯੋਧਿਆਂ ਨੂੰ। ਹਾਂ ਦਾ ਨਾਰਾ ਮਾਰਨ ਵਾਲੇ ਬੰਦੇ ਨੂੰ ਇਤਿਹਾਸ ਯਾਦ ਰੱਖਦਾ। ਹਲੇ ਅਸੀਂ ਬੇਨਤੀਆਂ ਕਰਦੇ ਹਾਂ ਵੀ ਸਾਡੀ ਗੱਲ ਮੰਨ ਲਓ ਜੀ, ਸਾਡੀ ਗੱਲ ਮੰਨ ਲਓ। ਪਰ ਜੇ ਕਿਤੇ ਲੜਾਈ ਸ਼ੁਰੂ ਹੋ ਗਈ, ਘਰੇ ਬੈਠੇ ਨਹੀਂ ਮਰਦੇ, ਆਰ ਪਾਰ ਦੀ ਲੜਾਈ ਲੜ ਕੇ ਮਰਾਂਗੇ। ਠੀਕ ਹੈ, ਸੂਬੇ ਹਿੰਦੁਸਤਾਨ ਕੋਲੇ ਬੜੀ ਪਾਵਰ ਹੋਊਗੀ, ਬੜੀ ਆਰਮੀ ਹੋਊਗੀ, ਪਰ ਇਹ ਪੰਜਾਬੀਆਂ ਦਾ ਇਤਿਹਾਸ ਹੈ। ਜਿਹੜੀ ਚੀਜ਼ ਨੂੰ ਇੱਕ ਵਾਰੀ ਤੁਰ ਪਏ, ਯਾਦ ਕਰ ਲਓ, ਸਾਰਾ ਗੜੀ 'ਚ 20 ਸਿੰਘ ਸੀ, ਕਿੰਨੇ ਹਜ਼ਾਰ ਮੁਗਲਾਂ ਨਾਲ ਲੜੇ ਐ, ਮੁੜ ਸਕਦੇ ਸੀ। ਚਲੋ ਤੁਹਾਨੂੰ ਇਤਿਹਾਸ ਦਾ ਬਾਹਲਾ ਨਹੀਂ ਪਤਾ ਹੋਣਾ, ਤੁਸੀਂ ਫਿਲਮ ਸਾਰਿਆਂ ਨੇ ਦੇਖੀ ਆ, ਮੁੜ ਸਕਦੇ ਸੀ ਪਰ ਆਪਣੀ ਇੱਜ਼ਤ ਵਾਸਤੇ ਨਹੀਂ ਮੁੜੇ ਤੇ ਬਿਫਤਾ ਪਾਤੀ, ਬਿਫਤਾ। ਇਹ ਉਸ ਕੌਮ ਦੇ ਵਾਰਸ ਨੇ। ਬਾਬਾ ਦੀਪ ਸਿੰਘ ਤਲੀ ਤੇ ਸੀਸ ਧਰ ਕੇ ਲੜਨ ਵਾਲਾ ਯੋਧਾ ਸੀ। ਇਹ ਖੂਨ ਅੱਜ ਵੀ, ਠੀਕ ਹੈ ਤੁਸੀਂ ਬਦਨਾਮ ਕਰਤਾ, ਤੁਹਾਡੇ ਬਦਨਾਮ ਕਰਨ ਨਾਲ ਬਦਨਾਮ ਨਹੀਂ ਹੋਣ ਲੱਗੇ। ਇਹ ਉਹੀ ਜੋਸ਼ ਹੈ, ਉਹੀ ਜਵਾਨੀ ਹੈ ਜਿਹੜੀ ਤਖਤੇ ਪਲਟਦੀ ਹੈ। ਪਰ ਇਹਨੂੰ ਇੱਕ ਅਗਵਾਈ ਕਰਨ ਲਈ ਸਹੀ ਕਪਤਾਨ ਦੀ ਲੋੜ ਹੈ। ਜਿੱਦੇ ਉਹ ਸਾਨੂੰ ਕਪਤਾਨ ਮਿਲ ਗਿਆ, ਜਿੱਦੇ ਉਹ ਸਾਡੀ ਏਕਤਾ ਹੋ ਗਈ, ਇਹ ਜੰਗ ਹੈ ਨਾ ਜਿਹੜੀ, ਇਹ 4 ਦਿਨਾਂ ਦੀ ਗਿਣਤੀ ਆ, 4 ਦਿਨਾਂ ਦੀ। 3.5 ਕਰੋੜ ਆਬਾਦੀ ਆ, ਉਹਦੇ ਚੋਂ 10 ਲੱਖ ਬੰਦਾ ਵੀ ਇਕੱਠਾ ਹੋ ਕੇ ਸ਼ੰਭੂ ਵੈਰੀਅਰ ਤੇ ਆ ਗਿਆ। ਤੇ ਵੀਰਿਓ ਆ ਜਿਓ ਜਦੋਂ ਅਸੀਂ ਬੁਲਾਵਾਂਗੇ। ਕਿਤੇ ਇਹ ਨਾ ਹੋਵੇ, ਕਿਤੇ ਕੱਲ ਨੂੰ ਮੀਡੀਆ ਇਹ ਖਬਰ ਲਾ ਦੇਵੇ
ਵੀ ਗਾਉਣੇ ਵਾਲੇ ਚਾਰ ਇਕੱਠੇ ਹੋ ਜਾਂਦੇ ਸੀ, ਮੰਡੀਰ ਕੂਕਾਂ ਮਾਰ ਕੇ ਮੁੜ ਗਈ ਤੇ ਇੱਥੇ ਡਾਂਗਾ ਖਾਣ ਵਾਸਤੇ ਫੇਰ ਸਾਡੇ ਬਾਪੂ ਹੀ ਖੜੇ ਨੇ, ਕਿਸੇ ਦੀ ਉਹਨਾਂ ਨੇ ਪੱਗ ਲਾਤੀ, ਕਿਸ ਦਾ ਉਹਨੇ ਮੋਰ ਤੋੜਤਾ। ਇਹ ਦਾਗ ਆਪਾਂ ਲਾਉਣਾ ਹੈ ਹੁਣ, ਇਹ ਨਹੀਂ ਰੱਖਣਾ ਵੀ ਸਾਡੇ ਬੁੜਿਆਂ ਨੇ ਡਾਂਗਾ ਖਾਣੀਆਂ ਨੇ, ਬਹੁਤ ਹੋ ਗਿਆ। ਸਾਡੇ ਬਾਪੂ ਸਾਡੇ ਨਾਲ ਖੜੇ ਨੇ, ਅਸੀਂ ਇਹ ਲੜਾਈ ਉਹਨਾਂ ਦੀ ਦੇਖ ਰੇਖ 'ਚ ਅੱਗੇ ਹੋ ਕੇ ਲੜਨੀ ਹੈ। ਤੁਸੀਂ ਸਮਝੋ ਜੇ ਕਿੱਡਾ ਪ੍ਰੈਸ਼ਰ ਹੈ। ਜੇ 31 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤਾਂ ਅੱਜ ਯਾਰ ਸਾਨੂੰ ਵੀ ਇੱਕ ਹੋ ਜਾਣਾ ਚਾਹੀਦਾ। ਭਾਈਵਾਲ ਦਾ ਏਕੇ ਦਾ ਹੋਕਾ ਦਿੰਦੇ ਫਿਰਦੇ ਆ। ਅਸੀਂ ਕੱਲ ਸਾਡੀ ਮੀਟਿੰਗ ਸੀ, ਅਸੀਂ ਉਹਨਾਂ ਨੂੰ ਪ੍ਰੋਪਰ ਤੌਰ ਤੇ ਕਿਹਾ ਇਹ ਵੀ ਤੁਸੀਂ ਇਹ ਸੰਘਰਸ਼ ਆ ਲੰਬੇ ਸਮੇਂ ਤੋਂ ਲੜਦੇ ਹੋ, ਅਸੀਂ ਤੁਹਾਡੇ ਨਾਲ ਆ। ਫਿਰ ਸਰਕਾਰਾਂ ਦਾ ਕੀ ਜਾਂਦਾ ਯਾਰ, ਕਹਿ ਦੇਣ ਵੀ ਅਸੀਂ ਤੁਹਾਡੇ ਨਾਲ ਆ, ਇਕੱਠੇ ਹੋ ਕੇ ਚੱਲੀਏ। ਜਦੋਂ ਏਜੰਡਾ ਸਾਰਿਆਂ ਦਾ ਇੱਕ ਆ ਤਾਂ ਫਿਰ ਝੰਡਾ ਇੱਕ ਕਿਉਂ ਨਹੀਂ ਹੈਗਾ? ਪ੍ਰੋਬਲਮ ਤਾਂ ਇਸ ਗੱਲ ਦੀ ਆ, ਹਲੇ ਵੀ ਕਈ ਲੋਕ ਆਪਦਾ ਇਹ ਚਮਕਾਉਣਾ ਚਾਹੁੰਦੇ ਆ ਰਾਜਨੀਤੀ ਵੀ ਅਸੀਂ ਹੱਲ ਕਰਵਾਤਾ, ਅਸੀਂ ਹੱਲ ਕਰਵਾਤਾ। ਚਮਕਾ ਲਿਓ ਯਾਰ, 2022 ਨੂੰ 1.5 ਸਾਲ ਰਹਿ ਗਿਆ, ਮੁੜ ਕੇ ਰਾਜਨੀਤੀਆਂ ਹੀ ਕਰਨੀਆਂ ਨੇ। ਪਹਿਲਾਂ ਸਾਡਾ ਹੱਲ ਤਾਂ ਕਰਵਾ ਦਿਓ। ਜੇ ਅੱਜ ਨੌਜਵਾਨੀ ਜਾਗੀ ਆ, ਕਿਤੇ ਇਹ ਨਾ ਹੋਵੇ ਨਾ 10 ਦਿਨ ਰੌਲਾ ਪਾ ਕੇ ਫੇਰ ਘਰਾਂ 'ਚ ਵੜ ਜਾਓ। ਬਾਈ ਇਹ ਸ਼ਰਮ ਦੀ ਗੱਲ ਹੈ। ਮੈਂ ਕੋਈ ਬੁਲਾਰਾ ਨਹੀਂ ਹੈਗਾ, ਮੈਂ ਕੋਈ ਸਪੀਚਰ ਨਹੀਂ ਹੈਗਾ। ਬਹੁਤ ਬੰਦੇ ਹੁਣ ਮੈਨੂੰ ਇਹ ਕਹਿਣ ਲੱਗੇ ਵੀ 10 ਕੁ ਦਿਨ ਚੱਲੂਗਾ ਬਸ ਕੰਮ, ਕਲਾਕਾਰਾਂ ਨੇ ਵੀ ਘਰੇ ਬਹਿ ਜਾਣਾ ਤੇ ਉਸ ਤੋਂ ਬਾਅਦ 'ਚ ਆ ਜਿਹੜੇ ਸਾਡੇ ਨੌਜਵਾਨਾਂ ਨੂੰ ਇੱਕ ਨਾ ਜਿਹੜੇ ਆ ਫੇਸਬੁੱਕ ਤੇ ਵਿਦਵਾਨ ਬੈਠੇ ਨੇ, ਪਤਾ ਕਿਹਦਾ ਰੂਪ ਦਿੰਦੇ ਆ? ਮੰਡੀਰ ਦਾ, ਵੀ ਆ ਮੰਡੀਰ ਨੇ ਵੀ ਘਰੇ ਵੜ ਜਾਣਾ। ਇਸੇ ਮੰਡੀਰ ਨੇ ਵਕਤ ਪੈਣ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਵੀ ਇਹ ਮੰਡੀਰ ਨਹੀਂ, ਇਹ ਪੰਜਾਬ ਦੇ ਪੁੱਤ ਨੇ, ਇਹ ਆਪਣੇ ਖੇਤਾਂ ਦੇ ਪੁੱਤ ਨੇ। ਜਿੱਦੇ ਲੋੜ ਪੈ ਗਈ, ਤੁਹਾਡੇ 'ਚ ਮੈਨੂੰ ਪਤਾ ਬਹੁਤ ਜੋਸ਼ ਹੈ ਦਿੱਲੀ ਜਾਣ ਦਾ। ਦਿੱਲੀ ਜਾਵਾਂਗੇ, ਸਭ ਤੋਂ ਪਹਿਲਾਂ ਹੋ ਕੇ ਫੋਨ ਮਾਰ ਦਿਓ। ਜਿੱਦੇ ਸਾਡੇ ਬੱਸ ਤੋਂ ਬਾਹਰ ਹੋ ਗਈ ਕਹਾਣੀ, ਫੋਨ ਮਾਰ ਦਿਓ ਵੀ ਬਹੁਤ ਰੋਲਾ ਪਾਉਂਦਾ ਸੀ, ਹੁਣ ਤਾਂ ਮੁੱਕਰ ਨਹੀਂ ਸਕਦਾ ਯਾਰ। ਕਿੰਨੇ ਵੀਡੀਓ ਵਾਇਰਲ ਹੋ ਗਏ, ਸਭ ਤੋਂ ਪਹਿਲਾਂ ਜਾਊਗਾ। ਕੀ ਹੋਊਗਾ? ਡਾਂਗਾ ਮਾਰ ਲੈਣਗੇ, ਪਰਚੇ ਪਾ ਦੇਣਗੇ, ਫਿਰ ਕੀ ਹੋ ਜਾਊਗਾ ਉਹਦੇ ਨਾਲ? ਸਾਡੀ ਹੋਂਦ, ਸਾਡੀ ਇੱਜ਼ਤ ਤਾਂ ਬਚੂਗੀ ਨਾ। ਸਾਡੇ ਖੇਤ ਨੇ ਜਿਹੜੇ, ਕਿਸੇ ਵੀ ਹੱਕ ਤੇ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਇੱਕ ਗੱਲ ਵੀਰੇ ਨਾਲ ਮੈਂ ਹੋਰ ਐਡ ਕਰਨੀ ਚਾਹੁੰਦਾ, ਅੱਜ ਪਛਾਣ ਲਿਓ, ਅੱਜ ਪਛਾਣਨ ਦਾ ਵੇਲਾ ਹੈ ਵੀ ਤੁਹਾਡੇ ਆਪਣੇ ਕੌਣ ਨੇ ਤੇ ਤੁਹਾਡੇ ਗਦਾਰ ਕੌਣ ਨੇ। ਚਾਹੇ ਉਹ ਗਾਉਣੇ ਵਾਲੇ ਨੇ, ਚਾਹੇ ਉਹ ਲੀਡਰ ਨੇ, ਚਾਹੇ ਉਹ ਜਥੇਬੰਦੀਆਂ ਨੇ, ਚਾਹੇ ਕੋਈ ਵੀ ਨੇ, ਤੁਹਾਨੂੰ ਪਛਾਣ ਆਉਣੀ ਚਾਹੀਦੀ ਹੈ। ਕਿਉਂ? ਕਿਉਂਕਿ ਇਦੋਂ ਉੱਤੇ ਤਾਂ ਯਾਰ ਮੁੱਦਾ ਹੀ ਹੋਰ ਕੋਈ ਹੈ ਨਹੀਂ। ਅੱਜ ਜੇ ਇਦੋਂ ਉੱਤੇ ਪੰਜਾਬ 'ਚ ਦੱਸ ਦਿਓ ਵੀ ਕਿਹੜਾ ਮੁੱਦਾ ਹੈ, ਕੀ ਹੋਰ ਗੱਲ ਹੈ? ਇੱਕੋ ਹੀ ਗੱਲ ਹੈ, ਸਾਡੇ ਖੇਤ ਲੁੱਟ ਰਹੇ ਨੇ, ਸਾਡੇ ਖੇਤ ਲੁੱਟ ਰਹੇ ਨੇ, ਅਸੀਂ ਖੇਤ ਦੇਣ ਨਹੀਂ ਦੇਣੇ। ਜਿਹੜੇ ਵੀਰ ਤੁਹਾਡੇ ਨਾਲ ਖੜੇ ਨੇ ਮੋਢਾ ਨਾਲ ਮੋਢਾ ਲਾ ਕੇ, ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦਾ ਵੈਲਕਮ ਕਹਿਣਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਆ ਗਿਆ। ਜਦੋਂ ਨਾ ਆਪਣੇ ਮੰਚ ਤੇ ਉਹ ਦਰਦ ਲੈ ਕੇ ਆਇਆ, ਜਦੋਂ ਉਹ ਆਪਦੀ ਪਾਰਟੀ ਦਾ ਝੰਡਾ ਛੱਡ ਕੇ ਪਿੱਛੇ ਇਹ ਕਹਿ ਕੇ ਆਪਣੇ ਧਰਨੇ 'ਚ ਬਹਿ ਜਾਊਗਾ ਵੀ ਮੈਂ ਕਿਸਾਨ ਆ ਤੇ ਮੈਂ ਕਿਸਾਨਾਂ ਨਾਲ ਆ, ਉਹਦਾ ਸਤਿਕਾਰ ਕਰਨਾ, ਉਹਨੂੰ ਇੱਜ਼ਤ ਦੇਣੀ ਆ। ਜੇ ਕੋਈ ਬੰਦਾ ਪਾਰਟੀਬਾਜ਼ੀ ਦਾ ਝੰਡਾ ਲੈ ਕੇ ਆਊਗਾ, ਯਾਰ ਬਾਈਕਾਟ ਕਰ ਦਿਓ, ਸਾਨੂੰ ਕੋਈ ਲੋੜ ਨਹੀਂ, ਅਸੀਂ ਆਪ ਦੀ ਲੜਾਈ ਆਪ ਇਹ ਲੜ ਲਾਂਗੇ। ਫਿਰ ਸਾਨੂੰ ਪਰ ਜੇ ਐਡੀਆਂ ਉਹਨਾਂ ਨੂੰ ਐਡਾ ਦੁੱਖ ਸੀ, ਫਿਰ ਲੜਦੇ ਮੂਹਰੇ ਹੋ ਕੇ ਲੜਾਈ। ਯਾਰ ਇਹ ਕਲਾਕਾਰਾਂ ਦੇ ਕਰਨ ਵਾਲਾ ਕੰਮ ਥੋੜੀ ਸੀ। ਅਸੀਂ ਤਾਂ ਤੁਹਾਡੇ ਪਿੱਛੇ ਹੋ ਕੇ ਚੱਲਦੇ। ਇਹ ਸਾਂਭਿਆ ਕਿਹਨੇ ਆ? ਕਲਾਕਾਰਾਂ ਨੇ। ਬਾਹਰ ਜਵਾਨੀ ਨੂੰ ਕਿਹਨੇ? ਹਮੇਸ਼ਾ ਤੌਹਮਤ ਲਾਈ ਜਾਂਦੀ ਸੀ ਵੀ ਕਲਾਕਾਰਾਂ ਨੇ ਜਵਾਨੀ ਵਿਗਾੜਤੀ। ਅਸੀਂ ਤਾਂ, ਸਾਡੇ ਤਾਂ ਗਲੇ ਬਹਿ ਗਏ ਰੌਲਾ ਪਾ ਪਾ ਕੇ, ਵੀਰੇ ਸਾਡੇ ਹੱਕਾਂ ਤੇ ਡਾਕਾ, ਸਾਡੇ ਹੱਕਾਂ ਤੇ ਡਾਕਾ, ਸਾਡੇ ਨਾਲ ਹੋ ਕੇ ਚੱਲੋ। ਆ ਜਿਹੜੇ ਹੀਰੋ ਅਕਸ਼ੇ ਕੁਮਾਰ ਹੋ ਗਿਆ, ਸਨੀ ਦਿਓਲ ਹੋ ਗਿਆ, ਗੁਰੂ ਰੰਧਾਵਾ ਹੋ ਗਿਆ, ਰੌਲਾ ਪਾਉਂਦੇ ਆ ਨਾ ਪੰਜਾਬ ਦਾ, ਸ਼ੂਟਿੰਗਾਂ ਨਾ ਕਰਨ ਦਿਓ ਆਪਦਿਆਂ ਖੇਤਾਂ 'ਚ ਲਿਆ ਕੇ। ਕਿਤੇ ਇਹ ਨਾ ਹੋਵੇ ਵੀ ਫੋਟੋਆਂ ਖਿਚਾਉਣ ਦੇ ਮਾਰੇ ਫੇਰ ਕਹਿ ਦੇਣ ਸਨੀ ਦਿਓਲ ਪੰਜਾਬ ਦਾ ਪੁੱਤ ਹੈ। ਕੋਈ ਪੰਜਾਬ ਦਾ ਪੁੱਤ ਨਹੀਂ ਹੈਗਾ। ਉੱਥੇ ਬੰਬੇ ਵਾਲੇ ਨੇ, ਉਹਨਾਂ ਦੇ ਖੂਨ ਚੇਂਜ ਹੋ ਗਏ ਬਾਈ, ਉਹ ਬਸ ਇਕੱਲੇ ਨਾਂ ਦੇ ਹੀ ਨੇ। ਉਹ ਮੈਂ ਕੱਲ ਵੀ ਕਿਹਾ, ਚਲੋ ਬਾਕੀਆਂ ਨੂੰ ਤਾਂ ਨੇੜੇ ਤੇੜੇ ਮੋਦੀ ਲੱਗਣ ਨਹੀਂ ਦਿੰਦਾ ਹੋਣਾ। ਸਨੀ ਦਿਓਲ ਤਾਂ ਯਾਰ ਐਡਾ ਲੀਡਰ ਹੈ, ਐਡਾ ਉਹਦਾ ਕੱਦ ਹੈ ਕਿ ਇਹਨਾਂ ਦਾ ਮੋਦੀ ਨਾਲੋਂ ਵੀ ਵੱਡਾ ਸੀ ਨਾ। ਸਨੀ ਦਿਓਲ ਦਾ ਜਦ ਹਿੱਟ ਹੋ ਗਿਆ ਸੀ, ਜਦ ਮੋਦੀ ਹਿੱਟ ਵੀ ਨਹੀਂ ਸੀ। ਉਹ ਤਾਂ ਕਹਿ ਹੀ ਸਕਦਾ ਸੀ ਉਹਨੂੰ ਵੀ ਯਾਰ ਮੈਂ ਪੰਜਾਬ ਤੋਂ ਆਇਆ, ਮੈਂ ਪੰਜਾਬ ਦੇ ਲੋਕਾਂ ਨੂੰ ਜਾਣਦਾ, ਉੱਥੇ ਖੇਤੀ ਤੋਂ ਬਿਨਾਂ ਹੋਰ ਕੋਈ ਕੰਮ ਹੈ ਨਹੀਂ। ਇੱਕ ਵਾਰੀ ਵੀ ਪਿਓ ਦੇ ਪੁੱਤ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਹਾਂ ਦਾ ਨਾਰਾ ਇੱਥੇ ਆ ਕੇ ਕੀ ਕਰਨਗੇ? ਸਾਡੀ ਖੇਤਾਂ 'ਚ ਜਾਨ ਵਸਦੀ ਹੈ, ਸਾਡੀ ਖੇਤਾਂ 'ਚ ਫਲਾਣਾ ਹੁੰਦੀ ਹੈ। ਸਭ ਪਖੰਡ ਨੇ। ਇਹ ਵਕਤ ਹੈ ਪਛਾਣਨ ਦਾ ਵੀ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ। ਦੂਜੀ ਗੱਲ ਇਹ ਹੈ, ਮੈਂ ਸਮਾਪਤੀ ਕਰੂੰਗਾ, ਇਸ ਮੋਰਚੇ ਨੂੰ ਸੰਨ ਨਾ ਲੱਗਣ ਦਿਓ। ਜੇ ਸ਼ਰਾਰਤੀ ਅੰਸਰ ਵੜ ਗਏ ਇਹਦੇ ਵਿੱਚ, ਫਿਰ ਆਪਦੇ ਪੱਲੇ ਕੁਝ ਨਹੀਂ ਪੈਣਾ। ਹਾਂ ਬਿਲਕੁਲ, ਅਮਰਤਮਾਨ ਸਾਡਾ ਭਰਾ ਬਹੁਤ, ਚਲੋ ਯਾਰ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਮੁਬਾਰਕ ਹੈ, ਕਿਉਂਕਿ ਇਹ ਕੋਈ ਖੁਸ਼ੀ ਦੀ ਗੱਲ ਤਾਂ ਹੈ ਨਹੀਂ। ਮੁਬਾਰਕ ਨਹੀਂ, ਇਹ ਸਾਡਾ ਨਿੱਜੀ ਫਰਜ਼ ਹੈ, ਤੁਹਾਡਾ ਵੀ ਫਰਜ਼ ਹੈ। ਤੇ ਜਦੋਂ ਤੱਕ ਇਹ ਲੜਾਈ ਚੱਲੂਗੀ, ਹੋਰ ਨਹੀਂ ਸਾਨੂੰ ਕਿਸੇ ਦਾ ਪਤਾ। ਮੈਂ ਇੰਨੀ ਕੁ ਗਰੰਟੀ ਲੈ ਲੈਣਾ, ਸਾਡਾ ਬਹੁਤ ਪੁਰਾਣਾ ਪਿਆਰਾ, ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਸੀ, ਅੜ ਕੇ ਲੜਾਈ ਲੜਾਂਗੇ। ਸਾਡੀ ਇੰਡਸਟਰੀ ਨਹੀਂ ਕਦੇ ਵੀ ਭੱਜੂਗੀ, ਸਾਡਾ ਪਰਿਵਾਰ ਹੈ, ਆਪਦੇ ਪਰਿਵਾਰ ਦਾ ਸਭ ਨੂੰ ਪਤਾ ਹੀ ਹੁੰਦਾ ਹੈ। ਅੜ ਕੇ ਤੁਹਾਡੇ ਨਾਲ ਖੜਾਂਗੇ। ਪਹਿਲੇ ਦਿਨ ਤੋਂ ਕਹਿਣਾ ਹੋਣਾ
ਵੀ ਜਿੱਥੇ 4 ਬੰਦੇ ਨੇ ਉੱਥੇ 4 'ਚ ਬੁਲਾ ਲਿਓ, ਜਿੱਥੇ 1000 ਨੇ ਉੱਥੇ 1000 'ਚ ਬੁਲਾ ਲਿਓ। ਬਹੁਤ ਜਣੇ ਨੇ ਕਹਿਤਾ ਤਾਂ ਫਲਾਣਿਆਂ ਦਾ, ਇਹ ਤਾਂ ਫਲਾਣਿਆਂ ਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਠੀਕ ਹੈ ਕਹਿ ਲਓ, ਫਿਰ ਕੀ ਹੋ ਜਾਊਗਾ, ਸਾਡਾ ਮਸਲਾ ਹੱਲ ਕਰਾ ਦਿਓ, ਗੱਲ ਮੁੱਕ ਗਈ। ਅਸੀਂ ਤਾਂ ਆਪਦੇ, ਸਾਡੇ ਤਾਂ ਢੋਲਕੀ ਛਾਣੇ ਫਿਰ ਚੱਕ ਲਾਂਗੇ ਦੁਬਾਰੇ, ਅਸੀਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ। ਪਰ ਗੱਲ ਅੱਜ ਸਾਡੇ ਮੁੱਦਿਆਂ ਦੀ ਹੈ, ਇਹ ਸਿੱਧੇ ਤੌਰ ਤੇ ਡਾਕਾ। ਐਡੇ ਅਸੀਂ ਪਾਗਲ ਥੋੜੀਆਂ ਜਿੱਡੇ ਉਹਨਾਂ ਨੇ ਸਮਝ ਲਿਆ, ਜਿੰਨਾ ਉਹ ਸਮਝ ਲਿਆ ਵੀ ਕੋਈ ਨਹੀਂ, ਪੰਜਾਬ ਵਾਲਿਆਂ ਨੂੰ ਚਿੱਟੇ ਦੇ ਨਾਂ ਤੇ ਬਦਨਾਮ ਕਰਤਾ, ਇਹਨਾਂ ਨੇ ਕਿਹੜਾ ਵਿਦਰੋਹ ਕਰਨਾ, ਇਹਨਾਂ ਨੇ ਕਿਹੜਾ ਰੋਸ ਕਰਨਾ, ਫਿਰ ਦਿਖਾਤਾ ਨੇ ਕਿ ਨਹੀਂ, ਬੋਦੀ ਵਾਲਾ ਤਰ੍ਹਾਂ ਦਿਖਾਤਾ। ਉਹ ਵੀ ਠੀਕ ਆ, ਤੁਸੀਂ ਨਹੀਂ ਆਪਦੇ ਨੈਸ਼ਨਲ ਮੀਡੀਆ ਤੇ ਦਿਖਾਉਂਦੇ, ਉਹ ਗੱਲ ਵੱਖ ਹੈ, ਪਰ ਸੱਚ ਤਾਂ ਸੱਚ ਹੈ ਨਾ। ਮੋਦੀ ਨੂੰ ਨੀਂਦ ਨਹੀਂ ਆਈ ਰਾਤ ਨੂੰ, ਜਿੱਦੇ 25 ਤਰੀਕ ਨੂੰ ਇੱਥੇ ਪੂਰੇ ਪੰਜਾਬ 'ਚ ਪੰਜਾਬ ਬੰਦ ਦਾ ਧਰਨਾ ਦਿੱਤਾ ਸੀ। ਜੇ ਦੂਜੇ ਦਿਨ ਵੀ ਉੱਠ ਕੇ ਬੋਲਿਆ ਨਾ ਵੀ ਗੁੰਮਰਾਹ ਕਰ ਰਹੇ ਨੇ, ਤਾਂ ਤੁਸੀਂ ਇਹ ਸੋਚ ਲਓ ਵੀ ਉਹ ਬੌਂਦਲਿਆ ਹੋਇਆ ਵੀ ਹੱਲ ਕਿਵੇਂ ਨਾ ਕਰੀਏ। ਤੇ ਤੁਸੀਂ ਇਦਾਂ ਹੀ ਡਟੇ ਰਹੇ 2-4 ਦਿਨਾਂ ਦੇ ਵਿੱਚ ਸੁਨੇਹਾ ਆਉਣ ਵਾਲਾ ਉਧਰੋਂ, ਤਾਂ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਹੈ। ਕਿਉਂਕਿ ਸਾਡੀ ਗੱਲ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ, ਸਾਡਾ ਉਹ ਕਿੱਤਾ ਨਹੀਂ, ਗੱਲ ਰੱਖਣੀ ਆ ਉਹਨਾਂ ਨੇ। ਸੋ ਜਿੱਥੇ ਵੀ ਕਿਸਾਨ ਜਥੇਬੰਦੀਆਂ ਵੀਰੇ ਬੁਲਾਉਣਗੇ, ਅਸੀਂ ਆਪਣੀਆਂ ਸੋਸ਼ਲ ਸਾਈਟਾਂ ਦੀ ਥਾਵੇਂ ਜਾਂ ਤੁਹਾਨੂੰ ਆ ਕੇ ਧਰਨਿਆਂ 'ਚ ਦੱਸ ਦਾਂਗੇ, ਉੱਥੇ ਪਹੁੰਚਣਾ ਹੈ। ਕਿਤੇ ਇਹ ਨਾ ਹੋਵੇ ਵੀ ਕਲਾਕਾਰਾਂ ਦੇ ਇਕੱਠ 'ਚ ਪਹੁੰਚ ਗਏ ਤੇ ਕਿਸਾਨ ਯੂਨੀਅਨ ਦੇ ਇਕੱਠ 'ਚ ਪਹੁੰਚੇ ਨਾ, ਫਿਰ ਤਾਂ ਯਾਰ ਸ਼ਰਮ ਦੀ ਗੱਲ ਆ ਜੇ ਆਪਾਂ ਉਹਨਾਂ ਦੇ ਮੋਢੇ ਨਾਲ ਨਾ ਮੋਢਾ ਲਾ ਕੇ ਚੱਲੇ। ਸੋ ਇੰਨੀਆਂ ਕੁ ਗੱਲਾਂ ਕਰਦਾ ਹੋਇਆ ਬਾਈ ਮੈਂ ਤੁਹਾਡੇ ਤੋਂ ਆਗਿਆ ਲਊਂਗਾ। ਸੋ ਕੱਲ ਕਿਸਾਨ ਜਥੇਬੰਦੀਆਂ ਨਾਲ ਅਸੀਂ ਇੱਕ ਵਾਅਦਾ ਕਰਕੇ ਆਏ ਸੀ ਕਿ ਸਾਡੇ 'ਚ ਜੋਸ਼ ਹੈ, ਅਸੀਂ ਨੌਜਵਾਨਾਂ ਨੂੰ ਇਕੱਠਾ ਕਰ ਸਕਦੇ ਹਾਂ, ਪਰ ਅਸੀਂ ਵਧੀਆ ਤਰੀਕੇ ਨਾਲ, ਹੋ ਸਕਦਾ ਇੰਨੇ ਵਧੀਆ ਤਰੀਕੇ ਨਾਲ ਆਪਦੀ ਗੱਲ ਰੱਖ ਨਾ ਸਕਦੇ ਹੋਈਏ, ਕਿਉਂਕਿ ਇਹ ਸਾਡਾ ਕਿੱਤਾ ਨਹੀਂ, ਸਾਡਾ ਪ੍ਰੋਫੈਸ਼ਨ ਨਹੀਂ। ਤਾਂ ਕਰਕੇ ਤੁਸੀਂ ਸਾਡੇ ਨਾਲ ਇਹਨਾਂ ਮੁਜ਼ਾਹਰਿਆਂ ਤੇ ਚੱਲੋ। ਸੋ ਅੱਜ ਸਾਡੇ ਕਿਸਾਨ ਜਥੇਬੰਦੀ ਤੋਂ ਜਗਜੀਤ ਸਿੰਘ ਦੱਲੇਵਾਲ ਸਾਡੇ ਵਿਚਕਾਰ ਪਹੁੰਚੇ ਨੇ। ਉਹ ਪ੍ਰੋਪਰਲੀ ਤਰੀਕੇ ਨਾਲ ਤੁਹਾਨੂੰ ਇਹ ਮਾਰੂ ਬਿੱਲ ਜਿਹੜੇ ਸਾਡੇ ਤੇ ਥੋਪੇ ਗਏ ਨੇ ਉਹਨਾਂ ਦਾ ਨੁਕਸਾਨ ਦੱਸਣਗੇ। ਅਸੀਂ ਇਹ ਪਹਿਲ ਕੀਤੀ ਹੈ ਕਿਸਾਨ ਜਥੇਬੰਦੀਆਂ ਨਾਲ ਤੇ ਕਲਾਕਾਰ ਭਰਾਵਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦੀ। ਸੋ ਤੁਸੀਂ ਇਸ ਦਾ ਸਮਰਥਨ ਕਰਨਾ, ਜਿਵੇਂ ਅਸੀਂ ਸਮਰਥਨ ਕੀਤਾ ਤੁਸੀਂ ਵੀ ਸਮਰਥਨ ਕਰਨਾ।